please look at these pictures. Can you guess anything from these pictures? कि तुसी इन्हां pictures ਨੂੰ देख के कुछ guess कर सकते हो? These pictures indicate our beliefs, notions and culture. ये ਜਿਹੜੀਆਂ भी pictures हैं, first two pictures belong to Ramayana and Mahabharata, the great epics. ਜਿਹੜੇ ਦੋ ਮਹਾਕਾਵ ਹੈ ਰਾਮਾਇਣ ਔਰ ਮਹਾਭਾਰਤ, ਉਸ ਨਾਲ ਸੰਬੰਧਿਤ ਹੈ ਦੋ ਪਿਕਚਰਸ. then the third picture indicates Guru Nanak Dev Ji and Guru Gobind Singh Ji, first Guru and the 10th Guru of Sikh religion. Sikh religion ਦੇ ਪਹਿਲੇ ਗੁਰੂ ਔਰ ਦਸ਼ਮ ਪਿਤਾ ਬਾਰੇ ਇਹ ਪਿਕਚਰ ਸਾਨੂੰ ਦਰਸਾ ਰਹੀ ਹੈ. ਔਰ ਉਹਦੇ ਨੀਚੇ ਹੀ ਤੁਸੀਂ ਦੇਖ ਰਹੇ ਹੋ ਬੇਟਾ ਹਰਮੰਦਰ ਸਾਹਿਬ ਦੀ ਪਿਕਚਰ ਬਣੀ ਹੋਈ ਹੈ. and in this very picture a devi has been shown to you. ਇੱਕ ਦੇਵੀ ਦੀ ਪਿਕਚਰ ਦਿਖਾਈ ਗਈ ਹੈ and Gayatri mantra has been written here. Gayatri mantra ਇਹਦੇ ਨੀਚੇ ਲਿਖਿਆ ਗਿਆ ਹੈ. that means these all pictures are related to our cultural background. ਇਹ ਸਾਰੀਆਂ ਜਿੰਨੀਆਂ ਵੀ ਤਸਵੀਰਾਂ ਉਹ ਸਾਡੇ ਕਲਚਰਲ ਬੈਕਗਰਾਉਂਡ ਨੂੰ ਸ਼ੋ ਕਰਦੀਆਂ ਕਿ ਸਾਡੀ ਜਿਹੜੀ ਸੰਸਕ੍ਰਿਤੀ ਹੈ, ਸਾਡਾ ਜਿਹੜਾ ਕਲਚਰ ਹੈ, ਉਹ ਕਿਹੜੀ ਚੀਜ਼ ਨੂੰ ਅਸੀਂ ਬਿਲੋਂਗ ਕਰਨੀ ਹੈ, ਕਿਹੜਾ ਸਾਡੀ ਜਿਹੜੀ ਜੋ ਵੀ ਸਾਡੀ ਪ੍ਰਥਾਵਾਂ ਹੈ, ਜੋ ਕੁਝ ਵੀ ਸਾਡੇ ਧਰਮ ਗ੍ਰੰਥ ਹੈ, ਉਹ ਕਿਸ ਚੀਜ਼ ਨਾਲ ਸੰਬੰਧਿਤ ਹੈ. That means in our culture we believe in equality, humanity and equal status for women. ਅਸੀਂ ਆਪਣੀ ਕਲਚਰ ਵਿੱਚ ਆਪਣੀ ਜਿਹੜੀ ਸੰਸਕ੍ਰਿਤੀ ਹੈ ਉਹਦੇ ਵਿੱਚ ਅਸੀਂ ਸਮਨਵਯਤਾ ਯਾਨੀ ਸਭ ਵਾਸਤੇ ਸਮਾਨ ਅਧਿਕਾਰ, ਹਿਊਮੈਨਿਟੀ ਮਾਨਵਤਾ ਔਰ ਇਕੁਅਲ ਸਟੇਟਸ ਫॉर ਵੂਮਨ, ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਅਧਿਕਾਰ ਨੂੰ ਸਾਡੀ ਜਿਹੜੀ ਪੁਰਾਣੀ ਸੰਸਕ੍ਰਿਤੀ ਹੈ ਉਹ ਦੱਸਦੀ ਹੈ. That means now we will discuss the chapter some glimpses of ancient Indian thought and practices, and this chapter is written by Dr. D.V. Jindal. That means some glimpses. There are some incidents, some ਝਰੋਖਾ ਵੈਸੇ ਕਹਿ ਦਿੰਦੇ ਆ, ਕੁਝ ਛੋਟੇ ਛੋਟੇ ਝਰੋਕੇ ਸਾਡੇ ਪ੍ਰਾਚੀਨ ਭਾਰਤੀਏ ਜਿਹੜੀ ਸਾਡੀ ਸੋਚ ਔਰ ਉਹਨਾਂ ਦੇ ਪ੍ਰਯੋਗਾਂ ਤੇ ਜਿਹੜੀ ਬੇਸਡ ਹੈ ਉਹ ਇਹ ਚੈਪਟਰ ਬੇਸਡ ਹੈ. In this chapter the writer highlights some selected snippets, episodes and gems of thought representing the ethos and the philosophy of this great land. ਇਸ ਚੈਪਟਰ ਵਿੱਚ ਜਿਹੜਾ ਲੇਖਕ ਹੈ ਉਹ ਕੁਝ ਛੋਟੀਆਂ ਛੋਟੀਆਂ ਘਟਨਾਵਾਂ, ਕੁਝ ਛੋਟੇ ਛੋਟੇ ਐਪੀਸੋਡਸ ਯਾਨੀ ਧਾਰਾਵਾਹਿਕ ਟਾਈਪ, ਔਰ ਸਾਡੇ ਜਿਹੜੇ ਨਗੀਨੇ ਹੈ, ਸਾਡੀ ਜਿਹੜੇ ਵਿਚਾਰਧਾਰਾ ਦੇ ਨਗੀਨੇ ਹੈ, ਉਹਨਾਂ ਨੂੰ ਦੱਸ ਰਿਹਾ ਹੈ. ਜੇ ਉਹ ਨਗੀਨੇ ਜਿਹੜੇ ਕਿ ਸਾਡੇ ਸਮਾਜ ਦੀਆਂ ਧਾਰਨਾਵਾਂ ਨੂੰ ਔਰ ਸਾਡੇ ਸਮਾਜ ਦੇ ਦਰਸ਼ਨਵਾਦ ਨੂੰ, ਸਾਡੀ ਗ੍ਰੇਟ ਲੈਂਡ ਦੇ, ਸਾਡੀ ਇਸ ਜਿਹੜੀ ਮਹਾਨ ਭੂਮੀ ਹੈ ਉਹਦੇ ਦਰਸ਼ਨਵਾਦ ਨੂੰ ਦਰਸਾਉਂਦੇ ਹੈ. ਅਜਿਹੀ ਛੋਟੀ ਛੋਟੀ ਘਟਨਾਵਾਂ, ਕੁਝ ਧਾਰਾਵਾਹੀ ਔਰ ਉਹਨਾਂ ਦੇ ਬਾਰੇ, ਉਹਨਾਂ ਦਾ ਜਿਹੜਾ ਵੇਰਵਾ ਪਾ ਕੇ ਸਾਨੂੰ ਸਾਡੀ ਪੁਰਾਣੇ ਇਤਿਹਾਸ ਬਾਰੇ ਜਾਣਕਾਰੀ ਦੇ ਰਿਹਾ, ਸਾਡੀ ਪੁਰਾਣੀ ਪਰੰਪਰਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ. The first incident is, ਪਹਿਲਾ ਜਿਹੜਾ ਘਟਨਾਕ੍ਰਮ ਦੱਸਿਆ ਗਿਆ ਉਹ ਹੈ in the fight between demons and gods. demons ਦਾ ਮਤਲਬ ਹੁੰਦਾ ਹੈ ਰਾਖਸ਼ ਯਾਨੀ ਦਾਨਵ, and gods, the demon seems to win. ਦੇਵਤੇ ਔਰ ਰਾਖਸ਼ਾਂ ਦੀ ਲੜਾਈ ਵਿੱਚ ਰਾਖਸ਼ਾਂ ਦੀ ਜਿੱਤ ਹੁੰਦੀ ਦਿਖਾਈ ਦੇ ਰਹੀ ਸੀ. ਐਵੇਂ ਲੱਗ ਰਿਹਾ ਸੀ ਕਿ ਜਿਵੇਂ ਰਾਖਸ਼ ਜਿੱਤ ਰਹੇ ਹਨ. In desperation,
the gods went to Lord Vishnu. परेशानी विच, desperation means परेशानी, which ਜਿਹੜੇ gods हैं, ਜਿਹੜੇ देवते हैं, they went to Lord Vishnu, वो परमात्मा विष्णु कोल गए. क्यों गए? To find out the way as to how they could vanquish demons, कि किਵੇਂ ਉਹ ਦਾਨਵਾਂ ਦਾ ਨੂੰ ਤਹਿਸ ਨਹਿਸ ਕਰ ਦੇਣ, ਉਹਨਾਂ ਨੂੰ ਕਿਵੇਂ ਵੈਂਕੁਇਸ਼ ਕਰਨ, ਉਹਨਾਂ ਤੇ ਨੂੰ ਕਿਵੇਂ ਡਿਫੀਟ ਕਰਨ, ਉਹਨਾਂ ਨੂੰ ਕਿਵੇਂ ਹਰਾਣ. Lord advised them to get a mighty weapon prepared from the bones of some great sage. ਜਿਹੜੇ Lord ਸੀਗੇ ਵਿਸ਼ਨੂੰ, ਜਿਹੜੇ ਪਰਮਾਤਮਾ ਵਿਸ਼ਨੂੰ ਸੀਗੇ, ਉਹਨਾਂ ਨੇ ਜਿਹੜੇ ਦੇਵਤਿਆਂ ਨੂੰ ਇੱਕ ਸੁਝਾਅ ਦਿੱਤਾ, ਉਹਨਾਂ ਨੂੰ ਸੁਝਾਅ ਦੇ ਕੇ ਕਿਹਾ ਕਿ ਇੱਕ ਬਹੁਤ ਹੀ ਮਾਈਟੀ ਮੀਨ ਸਟਰੋਂਗ, ਬੜਾ ਹੀ ਜਿਹੜਾ ਹਥਿਆਰ ਬਣਾਓ, ਪਾਵਰਫੁਲ ਸਟਰੋਂਗ ਮਤਲਬ ਸ਼ਕਤੀਸ਼ਾਲੀ ਵੈਪਨ ਮੀਨਸ ਹਥਿਆਰ ਬਣਾਓ, ਜਿਹੜਾ ਉਹ ਹਥਿਆਰ ਬਣਿਆ ਹੋਣਾ ਚਾਹੀਦਾ ਹੈ ਇੱਕ ਮਹਾਨ ਸੰਤ ਦੀ ਹੱਡੀਆਂ ਤੋਂ ਬਣਿਆ ਹੋਣਾ ਚਾਹੀਦਾ ਹੈ. Gods approached to Saint Dadichi. ਜਿਹੜੇ ਦੇਵਤੇ ਸੀ ਉਹ ਸੰਤ ਦਧੀਚੀ ਕੋਲ ਚਲੇ ਗਏ. Saint Dadichi sacrificed his life to make the sport. Saint Dadichi ਨੇ ਇੱਕ ਮਿੰਟ ਵੀ ਨਹੀਂ ਲਗਾਇਆ, ਉਹਨਾਂ ਨੇ ਆਪਣੀ ਲਾਈਫ ਦਾ ਤਿਆਗ ਕਰਤਾ ਤਾਂ ਕਿ ਦੇਵਤੇ ਜਿਹੜੇ ਹੈ ਉਹ ਤਲਵਾਰ ਨੂੰ ਜਾਂ ਵਜਰ, ਇਹ ਦਿਖਾਇਆ ਗਿਆ ਬੇਟਾ ਪਿਕਚਰ 'ਚ, ਵਜਰ ਨੂੰ ਬਣਾ ਸਕਣ, ਉਸ ਹਥਿਆਰ ਨੂੰ ਬਣਾ ਸਕਣ. Sons of Shri Guru Gobind Singh Ji chose to be buried alive for the sake of justice and liberty. Guru Gobind Singh ji ਦੇ ਜਿਹੜੇ ਬੇਟੇ ਸੀਗੇ, ਉਹਨਾਂ ਨੇ ਵੀ chose means ਚੁਣਿਆ, ਉਹਨਾਂ ਨੇ ਵੀ ਨੀਹਾਂ 'ਚ ਚੁਣੇ ਜਾਣਾ ਜਿਹੜਾ ਸੀਗਾ ਉਹ ਪਸੰਦ ਕੀਤਾ, ਉਹ ਚੁਣ ਲਿਆ. ਕਾਹਦੇ ਵਾਸਤੇ? for the sake of, ਉਹਨਾਂ ਨੇ ਜਸਟਿਸ, ਨਿਆਂ ਅਤੇ ਆਜ਼ਾਦੀ ਵਾਸਤੇ ਆਪਣੇ ਆਪ ਨੂੰ ਨੀਹਾਂ 'ਚ ਚੁਣੇ ਜਾਣਾ ਵੀ ਚੁਣ ਲਿਆ. ਔਰ ਫਿਲਾਸਫੀ ਟੀਚ ਅਸ, ਸਾਡੀ ਜਿਹੜਾ ਦਰਸ਼ਨਵਾਦ ਹੈ ਸਾਨੂੰ ਇਹ ਦਰਸਾਉਂਦਾ ਹੈ ਟੂ ਰਿਨਾਉਂਸ, ਕਿ ਅਸੀਂ ਪਰਿਤਿਆਗ ਕਰੀਏ, ਅਸੀਂ ਕਿਸੇ ਵੀ ਚੀਜ਼ ਨੂੰ ਪਰਿਤਿਆਗ ਕਰੀਏ, ਯਾਨੀ ਅਸੀਂ ਸੈਕਰੀਫਾਈਸ ਕਰੀਏ, ਅਸੀਂ ਤਿਆਗ ਵੀ ਕਰੀਏ. ਟੂ ਗਿਵ ਅਵੇ ਇਨ ਚੈਰਿਟੀ, ਅਸੀਂ ਚੈਰਿਟੀ 'ਚ ਸਾਨੂੰ ਦਾਨ ਵਜੋਂ ਅਸੀਂ ਕੁਛ ਨਾ ਕੁਛ ਦਿੰਦੇ ਰਹੀਏ. ਇਟ ਇਜ਼ ਇਨ ਦਾ ਰੀਅਲ ਸਪਿਰਿਟ ਆਫ ਡਿਟੈਚਮੈਂਟ. ਅਸੀਂ ਡਿਟੈਚਮੈਂਟ ਦੀ ਇਹ ਹੀ ਸਾਡੇ ਵੱਲੋਂ ਸਹੀ ਤਰੀਕੇ ਨਾਲ ਜਿਹੜੀ ਹੈ ਉਹ ਸਹੀ ਸੋਚ ਹੈ ਡਿਟੈਚਮੈਂਟ ਦੀ, ਕਿਸੇ ਚੀਜ਼ ਦੀ ਤੋਂ ਵੀ ਮੋਹ ਤੋਂ ਪਰੇ ਹੋਣ ਦੀ, ਇਹ ਸਹੀ ਤੱਤ ਇਹੀ ਹੈ, ਸਹੀ ਆਤਮਾ ਮੋਹ ਤੋਂ ਪਰੇ ਹੋਣ ਦੀ ਇਹੀ ਹੈ. ਇਹ ਸੰਸਕ੍ਰਿਤ ਦੇ ਸ਼ਬਦ ਹੈ ਇਦਮ ਨਾ ਮਮ. ਇਦਮ ਮੀਨਸ ਇਹ ਮੇਰਾ ਨਹੀਂ ਹੈ, this does not belong to me, is the real spirit behind yajnas. ਜਿਹੜੇ ਘਰ 'ਚ ਯੱਗੇ ਹੁੰਦੇ ਆ ਉਹਦੇ ਪਿੱਛੇ ਸਹੀ ਆਤਮਾ ਉਹ ਯੱਗਿਆਂ ਦੀ ਕੀ ਹੈ, ਉਹਦੇ ਪਿੱਛੇ ਕੀ ਕਾਰਨ ਹੁੰਦਾ ਹੈ, ਸਭ ਉਹਦੀ ਸਹੀ ਆਤਮਾ ਹੈ ਕਿ ਅਸੀਂ ਕਹੀਏ ਕਿ ਸਭ ਕੁਝ ਪਰਮਾਤਮਾ ਨੂੰ ਸਮਰਪਿਤ ਹੈ, ਇੱਥੇ ਮੇਰਾ ਕੁਝ ਵੀ ਨਹੀਂ ਹੈ. Next, in the next slide, you are looking that a man is feeding some animals. Some girls are also feeding animals. This a small kid, he is feeding some birds, and here the picture of Shri Guru Nanak Dev Ji has been shown to you, and here it is Langar Pratha. The elder ones of this country, ਸਾਡੇ ਜਿਹੜੇ ਬਜ਼ੁਰਗ ਹੈ ਸਾਡੇ ਦੇਸ਼ ਦੇ, consider it divine and blessed duty. ਉਹ ਇੱਕ ਇਹ ਰੱਬੀ, ਉਹਨਾਂ ਨੇ ਕਿਹਾ ਕਿ ਸਾਨੂੰ ਰੱਬੀ ਇੱਕ ਦਿੱਤਾ ਗਿਆ ਕਰਤੱਵ ਨਿਭਾਉਣ ਨੂੰ ਕਿ ਅਸੀਂ ਬਰਡਸ ਨੂੰ ਫੀਡ ਕਰੀਏ, ਯਾਨੀ ਜਿੰਨੇ ਵੀ ਪੰਛੀ ਹੈ ਉਹਨਾਂ ਨੂੰ ਭੋਜਨ ਦਈਏ, ਐਨੀਮਲਸ ਨੂੰ ਭੋਜਨ ਦਈਏ ਯਾਨੀ ਜਾਨਵਰਾਂ ਨੂੰ ਭੋਜਨ ਦਈਏ, ਕੀੜੇ ਮਕੌੜਿਆਂ ਨੂੰ ਵੀ ਭੋਜਨ ਦਈਏ, ਲਿਵਿੰਗ ਇਨ ਸਮਾਲ ਹੋਲਸ ਇਨਸਾਈਡ ਦਾ ਅਰਥ, ਜਿਹੜੇ ਛੋਟੇ ਛੋਟੇ ਜਿਹੜੇ ਹੋਲਸ ਹੈ, ਛੋਟੀ ਛੋਟੀ ਖੁੱਡਾਂ 'ਚ ਵੀ ਰਹਿੰਦੇ ਆ ਇਸ ਧਰਤੀ ਦੀਆਂ,
ਅਜਿਹੇ ਕੀੜੇ ਮਕੌੜਿਆਂ ਨੂੰ ਵੀ ਅਸੀਂ ਸਾਰਿਆਂ ਦਾ ਭੋਜਨ ਦਾ ਇੰਤਜ਼ਾਮ ਕਰੀਏ। The people of this country believe in unity of life. ਇਸ ਦੇਸ਼ ਦੇ ਲੋਕ ਜਿਹੜੇ ਹੈਗੇ ਹੈ ਉਹ ਜੀਵਨ ਦੀ ਇਕੱਠਤਾ 'ਚ ਵਿਸ਼ਵਾਸ ਰੱਖਦੇ ਹੈ। Again, it is these are Sanskrit words. Vasudhaiv Kutumbakam. Vasudha means ਧਰਤੀ, ਸਾਰੀ ਧਰਤੀ, ਕੁਟੁੰਬ means family. ਸਾਰੀ ਧਰਤੀ ਜਿਹੜੀ ਹੈ ਯੂਨੀਫਾਈਡ ਫੈਮਿਲੀ ਹੈ, ਜਿਹੜੀ ਸਾਰੀ ਧਰਤੀ ਹੈ ਉਹ ਸਾਡੀ ਸਾਰਾ ਪਰਿਵਾਰ ਹੈ। The entire universe is our family. ਸਾਰੀ ਬ੍ਰਹਮਾਂਡ ਹੀ ਇੱਕ ਪਰਿਵਾਰ ਦੀ ਤਰ੍ਹਾਂ ਹੈ। The tradition of langar in temples and gurudwaras conveys a message, ਵੰਡ ਛਕੋ, eat after sharing. ਵੰਡ ਛਕੋ ਦਾ ਤੁਹਾਨੂੰ ਵੀ ਪਤਾ ਬੇਟਾ, ਇਹ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ ਕਿ ਵੰਡ ਛਕੋ, ਨਾਮ ਜਪੋ। ਦਾ ਟ੍ਰੈਡੀਸ਼ਨ ਆਫ, ਜਿਹੜਾ ਸਾਡਾ ਪੁਰਾਣਾ ਪਰੰਪਰਾ ਰਹੀ ਹੈ ਲੰਗਰ ਦੀ, ਚਾਹੇ ਉਹ ਮੰਦਿਰਾਂ 'ਚ ਹੋਵੇ ਚਾਹੇ ਗੁਰੂਦੁਆਰਿਆਂ 'ਚ ਹੋਵੇ, ਉਹ ਸਾਨੂੰ ਇੱਕ ਮੈਸੇਜ ਕਨਵੇ ਕਰਦਾ ਹੈ, ਉਹ ਸਾਨੂੰ ਇੱਕ ਸੰਦੇਸ਼ ਦਿੰਦਾ ਹੈ ਕਿ ਸਾਨੂੰ ਵੰਡ ਛਕੋ, ਮਤਲਬ ਵੰਡ ਕੇ ਛਕਣਾ ਚਾਹੀਦਾ, ਯਾਨੀ ਈਟ ਆਫਟਰ ਸ਼ੇਅਰਿੰਗ, ਸ਼ੇਅਰ ਕਰਕੇ, ਸਾਰਿਆਂ ਨਾਲ ਵੰਡ ਕੇ ਹੀ ਕੁਛ ਨਾ ਕੁਛ ਸਾਨੂੰ ਖਾਣਾ ਚਾਹੀਦਾ ਹੈ। The next slide, you are looking at, this is the picture of king of Mithila, Raja Janak, King Janak and Ashtavakra. You are looking at his body. Here it is a right? And he had a deformed body. That means now you are looking at this picture. In this picture, a lady is offering tasted berries to Lord Rama. Lord Rama ਨੂੰ ਇੱਕ lady bheel woman ਹੈ, ਉਹ berries offer ਕਰ ਰਹੀਆਂ ਹੈ, and here it is the picture of Swami Vivekananda. Next incident is of King Janaka called a meeting of scholars to discuss some philosophic thought. ਰਾਜਾ ਜਨਕ ਨੇ ਇੱਕ ਸਭਾ ਬੁਲਾਈ ਵਿਦਵਾਨਾਂ ਦੀ, ਉਹ ਉਹਦੇ ਵਿੱਚ ਕੁਝ ਦਾਰਸ਼ਨਿਕ ਜਿਹੜੇ ਵਿਚਾਰ ਹੈ ਉਹਨਾਂ ਬਾਰੇ ਵਿਚਾਰ ਚਰਚਾ ਕਰਨਾ ਚਾਹੁੰਦੇ ਸੀ। A sage Ashtavakra, ਇੱਕ ਸੰਤ ਅਸ਼ਟਵਕਰ, who had a deformed body, ਜਿਹਦਾ ਸ਼ਰੀਰ ਟੇਢਾ ਮੇਢਾ ਸੀ, also came, ਉਹ ਵੀ ਆਏ। Some scholars laughed at him, ਕੁਝ ਵਿਦਵਾਨ ਉਹਨਾਂ ਤੇ ਹੱਸ ਪਏ। He became angry, ਉਹ ਬੜੇ ਦੁਖੀ ਹੋਏ, ਬੜੇ ਗੁੱਸੇ 'ਚ ਆ ਗਏ, ਔਰ ਉਹਨਾਂ ਨੇ ਉਹਨਾਂ scholars ਨੂੰ ਕਿਹਾ and called them skinners, ਚਰਮਕਾਰਸ। ਉਹਨਾਂ ਨੇ ਉਹਨਾਂ ਨੂੰ skinners ਕਹਿਤਾ। Skinners means those who work with the skin, ਯਾਨੀ ਜਿਹੜੇ skin ਦੇ ਨਾਲ ਕੰਮ ਕਰਦੇ ਆ, ਜਿਹੜੇ animal skin ਹੁੰਦੀ ਹੈ ਉਹਦੇ ਨਾਲ, ਜਿਵੇਂ ਆਪਾਂ ਕਹਿੰਦੇ ਆ ਜੁੱਤੇ ਵੀ ਬਣਦੇ ਆ, ਸ਼ੂਜ਼ ਵੀ ਬਣਦੇ ਆ, ਆਪਣੇ ਪਰਸਿਸ ਵੀ ਬਣਦੇ ਆ, ਹੋਰ ਕਈ ਆਈਟਮਸ ਬਣਦੀਆਂ। ਉਹਨਾਂ ਨੇ ਕਿਹਾ ਕਿ ਤੁਸੀਂ ਤੇ ਸਕਿਨ ਦਾ ਕੰਮ ਕਰਨ ਵਾਲੇ ਲੋਕ ਹੋ, ਬਿਕੋਜ਼ ਯੂ ਆਰ ਜਜਿੰਗ ਅ ਸਕਾਲਰ ਬਾਏ ਹਿਸ ਬੋਡੀ, ਕਿਉਂਕਿ ਤੁਸੀਂ ਇੱਕ ਵਿਦਵਾਨ ਨੂੰ ਉਹਦੇ ਸਰੀਰ ਤੋਂ ਜੱਜ ਕਰ ਰਹੇ ਹੋ, ਨਾ ਕਿ ਉਹਦੇ ਇੰਟੈਲੈਕਟ ਨਾਲ। ਦੈਨ ਆਲ ਬੈਗ ਪਾਰਡਨ ਆਫ ਹਿਮ, ਫਿਰ ਸਾਰਿਆਂ ਨੇ ਉਸ ਤੋਂ ਮਾਫੀ ਮੰਗੀ। ਪਾਰਡਨ ਮੀਨਸ ਮਾਫੀ ਮੰਗਣਾ, ਐਕਸਕਿਊਜ਼ ਮੰਗੀ। ਸੋ ਕਲਰ ਆਫ ਸਕਿਨ or shape of body had never been a measure of intelligence in our country. ਉਹ ਇਸ ਵਾਸਤੇ ਅਸੀਂ ਕਹਿੰਦੇ ਆ ਕਿ ਸਰੀਰ ਦਾ ਰੰਗ ਜਾਂ ਸ਼ੇਪ, ਯਾਨੀ ਸਰੀਰ ਦਾ ਆਕਾਰ, ਸਾਡੇ ਦੇਸ਼ ਵਿੱਚ ਕਦੀ ਵੀ ਇੰਟੈਲੀਜੈਂਸ ਦਾ ਯਾਨੀ ਬੁੱਧੀਮਾਨੀ ਦਾ ਪੈਮਾਨਾ ਨਹੀਂ ਰਿਹਾ, ਮਾਪਕ ਨਹੀਂ ਰਿਹਾ। Lord Rama say again, this incident is telling you that there was no discrimination on the basis of caste, color and creed in our ancient culture. ਸਾਡੀ ਪੁਰਾਣੀ ਪਰੰਪਰਾ ਵਿੱਚ ਕਦੀ ਵੀ, ਸਾਡੀ ਪੁਰਾਣੀ ਸੰਸਕ੍ਰਿਤੀ ਵਿੱਚ ਕਦੇ ਵੀ ਜਾਤ ਪਾਤ ਦੇ ਨਾਮ ਦੇ ਉੱਤੇ ਕਦੀ ਵੀ ਭੇਦਭਾਵ ਨਹੀਂ ਹੋਇਆ ਸੀ। Lord Rama's eating the tasted berries from a bheel woman proves that there was never any discrimination on the basis of caste. ਭਗਵਾਨ ਰਾਮ ਦੇ ਭੀਲ ਔਰਤ
द्वारा झूठियां कीतियां गईयां, टेस्टिस मीन्स झूठियां कीतियां गईयां बेर खाना इस गल नूं प्रूव करदा है, सिद्ध करदा है कि कदी भी साडे देश विच कदी भी कास्ट मीन्स जात दे आधार ते डिस्क्रिमिनेशन मीन्स भेदभाव जात दे आधार ते कदी भी कोई भेदभाव नहीं किया गया। देयर इज ऑल्सो एन इंसीडेंट, इत्थे एक होर भी इंसीडेंट है जिहड़ा दसदा है कि लुक्स दे हिसाब नाल असी कदी भी किसी नूं जज नहीं किया। देयर इज ऑल्सो एन इंसीडेंट, इत्थे एक होर भी घटना है व्हेन स्वामी विवेकानंदा, जदों स्वामी विवेकानंद टोल्ड आ लेडी, उन्होंने इन अमेरिका, उन्होंने स्वामी विवेकानंदा ने एक औरत नूं अमेरिका विच कहा, कदों कहा, हु लाव्ड एट हिज सिंपल ड्रेस, जिहड़ी उन्हां दे सधारण वेशभूषा नूं देख के हसन लग पई, दैट इन हर कंट्री, उन्होंने की कहा कि उहदे देश विच यानी उस औरत दे देश विच टेलर मेड ए मैन, जिहड़ा बंदे नूं बनाया है, जिहड़े बंदा नूं बनाया सी ਉਹ शायद टेलर ने बनाया सी। ਤੁਹਾਡੇ ਇੱਕ टेलर सूट सिल के किसी मैन नूं जेंटलमैन दसदा है, whereas in his country means in Vivekananda's country यानी इंडिया, विवेकानंद दे देश विच worth and character made him or her great, इंसान दी जिहड़ी काबलियत है और ओदा जिहड़ा कैरेक्टर है, ओदा जिहड़ा चरित्र है, ओही उसनूं, और कोई आदमी हो या औरत होवे, उसनूं महान बनाउंदा है। In the next slide, you are looking at the picture of Chhatrapati Shivaji. And here it is, the picture of Ravana. And here it is, the picture of Draupadi. That means this snippet is from Ramayana and this is from Mahabharata. In this country, no auspicious function was considered proper without the presence of women. इस देश विच कोई भी खास जिहड़ा प्रोग्राम हुंदा सी, उसनूं सही बिना औरत दी मौजूदगी दे सही नहीं सी समझिया जांदा। She was always considered देवी, उसनूं हमेशा देवी दा दर्जा दिता गया सी। एक कंजक दा दर्जा दिता गया सी। तुहानूं अज भी पता है बेटा, शायद तुहानूं पता होएगा, अठियों नूं सत्तियां नूं आपां कुआरी कन्या नूं पूजदे हां, उहनूं कंजक कहा जांदा है। द मदर ऑफ मैनकाइंड, इस जिहड़ी साडी मैनकाइंड है, जिहड़ी इह साडा समाज है, उस दी मां द अर्धांगिनी, और अर्धांगिनी भी औरत नूं कहा गया है, यानी मर्द दा अद्धा अंग औरत है, यानी औरत अपने आप च बिल्कुल संपूर्ण है, और ए मैन इज हाफ विदाउट अ वुमन, एक आदमी एक औरत तो बिना अधूरा है। Chhatrapati Shivaji bowed his head before a woman who was brought to him as a gift of victory. Chhatrapati Shivaji यानी शिवाजी मराठा भी कहा जाता उन्होंने, बोर्ड मीन्स झुकाना, उन्होंने अपना सिर एक औरत दे सामने झुका दिता, जेड़ी कि उन्हां दे सामने एक विक्ट्री मीन्स आजादी दे तोहफे दे तौर ते लियाई गई सी। He gave her due respect, उन्होंने उस औरत नूं पूरी इज्जत दिती, किवें? By calling her mother, उन्नू मां कहा। The great wars in both the sacred epics, sacred means holy, पवित्र, दोनों ही पवित्र काव्यां विच जिहड़ी महान लड़ाइयां हुईयां हन, दो महान युद्ध होए हन, वो दोनों महाकाव्य केड़े नाम दे? रामायण और महाभारत विच जिहड़े युद्ध हुए हैं, were fought for upholding the honor of मातृशक्ति। मातृशक्ति मीन्स लेडी, औरत, औरत दे जिहड़े सन्मान है उस नूं उच्चा रखण लई ही लड़े गए सी। रामायण इस वास्ते लड़ी गई सी क्योंकि रावण जिहड़े हैं वो सीता नूं चक के लै गया सी, तां रावण नूं दा वध इसी वास्ते कीता गया कि उन्हें एक औरत नूं चक्कण दा गुनाह कीता। एंड
this Draupadi in Mahabharata. Draupadi was dishonored in the court of this Kauravas. Kauravan ਦੇ ਦਰਬਾਰ ਵਿੱਚ द्रौपदी ਦਾ ਅਪਮਾਨ ਹੋਇਆ ਸੀ, ਤਾਂ ਕਰਕੇ ਮਹਾਭਾਰਤ ਦਾ ਯੁੱਧ ਲੜਿਆ ਗਿਆ। It put those to shame. ਅੱਜ ਦੇ ਟਾਈਮ ਵਿੱਚ ਦੇਖੋ ਸਾਡੇ old culture there was a great respect for women ਵਾਸਤੇ, ਔਰਤਾਂ ਵਾਸਤੇ ਬੜੀ ਜ਼ਿਆਦਾ ਜਿਹੜੀ ਹੈ ਇੱਜ਼ਤ ਸੀਗੀ। ਲੇਕਿਨ ਰਾਈਟਰ ਕਹਿ ਰਿਹਾ it put those to shame, ਇਹ ਉਹਨਾਂ ਵਾਸਤੇ ਸ਼ਰਮ ਆਣੀ ਚਾਹੀਦੀ ਉਹਨਾਂ ਨੂੰ, who resort to female feticide, ਜਿਹੜੇ ਕਿ ਅੱਜ ਦੀ ਡੇਟ ਚ ਭਰੂਣ ਹੱਤਿਆ ਕੰਨਿਆ ਭਰੂਣ ਹੱਤਿਆ ਵੱਲ ਉਤਸ਼ਾਹਿਤ ਹੁੰਦੇ ਆ, ਉਧਰ ਨੂੰ ਜਾਂਦੇ ਆ, ਡਿਨਾਈ ਰਾਈਟਫੁਲ ਪਲੇਸ ਟੂ ਵੂਮਨ, ਜਿਹੜੇ ਕਿ ਔਰਤਾਂ ਨੂੰ ਇੱਕ ਸਹੀ ਸਥਾਨ ਨਹੀਂ ਦਿੰਦੇ ਹਨ। That means we should respect our culture, our tradition, which is very much enriched with various examples of humanity, motherhood, and equality. Next, we will discuss the question answers from this very chapter. First question is, what caused desperation to the gods? यानी केड़ी चीज दी ने परेशानी लियाती देवतियां च? Demons win caused desperation to the gods. राक्षसां दी जित, दानवां दी जित ने देवतियां विच परेशानी लियाती। Who did the gods go to in desperation? देवते परेशानी विच किस कोल गए? Gods went to Lord Vishnu in desperation. देवते Lord Vishnu ਕੋਲ ਗਏ ਪਰੇਸ਼ਾਨੀ ਵਿੱਚ। What did the Lord advise them? Lord ਨੇ ਉਹਨਾਂ ਨੂੰ ਕੀ ਸੁਝਾਅ ਦਿੱਤਾ? The Lord advised them, ਦੇਵਤੇ ਨੇ ਯਾਨੀ ਦੇਵਤਾ ਵਿਸ਼ਨੂੰ ਨੇ ਉਹਨਾਂ ਨੂੰ ਸੁਝਾਅ ਦਿੱਤਾ to make a weapon, ਇੱਕ ਹਥਿਆਰ ਉਹ ਬਣਾਉਣ with the bones of a saint, ਇੱਕ ਹਥਿਆਰ ਬਣਾ ਲੈਣ ਕਿਸੇ ਸੰਤ ਦੀ ਹੱਡੀਆਂ ਦੇ ਨਾਲ। What was the sacrifice of Saint Dadichi? ਸੰਤ ਦਧੀਚੀ ਦਾ ਕੀ ਤਿਆਗ ਸੀ? Saint Dadichi sacrificed his life to make the weapon or sword. ਸੰਤ ਦਧੀਚੀ ਨੇ ਆਪਣੀ ਜ਼ਿੰਦਗੀ ਦਾ ਤਿਆਗ ਕਰਤਾ ਤਾਂ ਕਿ ਦੇਵਤੇ ਉਹਨਾਂ ਦੀ ਪੂੰਛ ਦੇ ਨਾਲ ਆਪਣਾ ਕੋਈ ਹਥਿਆਰ ਬਣਾ ਸਕਣ। What is the real spirit behind yajnas performed in our homes? ਕੀ ਆਤਮਾ ਕਹਿੰਦੀ ਹੈ, ਕੀ ਸਹੀ ਸੋਚ ਹੈ ਜਿਹੜੇ ਯੱਗੇ ਅਸੀਂ ਕਰਦੇ ਹਾਂ ਆਪਣੇ ਘਰਾਂ ਚ, ਉਹਦੇ ਪਿੱਛੇ ਸੋਚ ਕੀ ਹੈ? ਸ਼ੇਅਰਿੰਗ ਯਾਨੀ ਵੰਡੋ, ਯੂਨਿਟੀ ਇਕੱਠ, ਔਰ ਜਿਹੜੀ ਚੈਰਿਟੀ ਹੈ ਯਾਨੀ ਅਸੀਂ ਦਾਨ ਕਰੀਏ, ਇਹੀ ਜਿਹੜੇ ਯੱਗੇ ਕਰਦੇ ਆ ਉਹਦੇ ਪਿੱਛੇ ਸਹੀ ਜਿਹੜੀ ਸੋਚ ਹੈ is the real spirit behind yajnas performed in our homes. Sixth question is, what does the tradition of feeding birds and animals prove? ਜਿਹੜੇ ਸਾਡੇ ਪੰਛੀਆਂ ਔਰ ਪਸ਼ੂਆਂ ਨੂੰ ਜਿਹੜੇ ਅਸੀਂ ਭੋਜਨ ਦਿੰਨੇ ਆ ਉਹਦੇ ਪਿੱਛੇ ਕੀ ਇਹ ਟ੍ਰੈਡੀਸ਼ਨ, ਇਹ ਜਿਹੜੀ ਪਰੰਪਰਾ ਹੈ ਉਹ ਕਿਸ ਚੀਜ਼ ਨੂੰ ਸਾਬਿਤ ਕਰਦੀ ਹੈ? The tradition of feeding birds and animals proves unity, sharing and charity. ਜਿਹੜੀ ਪਰੰਪਰਾ ਹੈ ਯਾਨੀ ਪੰਛੀਆਂ ਨੂੰ ਔਰ ਪਸ਼ੂਆਂ ਨੂੰ ਖਾਣਾ ਦੇਣ ਦੀ, ਉਹ ਸਾਡੀ ਜਿਹੜੀ ਹੈ ਉਹ ਪ੍ਰਮਾਣਿਤ ਕਰਦੀ ਹੈ ਕਿ ਅਸੀਂ ਹਮੇਸ਼ਾ ਤੋਂ ਵਿਸ਼ਵਾਸ ਰੱਖਿਆ ਹੈ ਇਕੱਠਤਾ ਚ, ਵੰਡ ਕੇ ਛਕਣ ਚ ਔਰ ਨਾਲ ਨਾਲ ਦਾਨ ਦੇਣ ਚ। Why did some scholars laugh at Ashtavakra? ਕੁਝ ਵਿਦਵਾਨ ਅਸ਼ਟਵਕਰ ਤੇ ਕਿਉਂ ਹੱਸ ਪਏ? Some scholars laughed at Ashtavakra because of his deformed body. ਕੁਝ ਵਿਦਵਾਨ ਅਸ਼ਟਵਕਰ ਦੀ ਟੇਢੇ ਮੇਢੇ ਸਰੀਰ ਦੇ ਕਾਰਨ ਉਸ ਤੇ ਹੱਸ ਪਏ। How did Ashtavakra react? ਅਸ਼ਟਵਕਰ ਨੇ ਕਿਸ ਤਰ੍ਹਾਂ ਉਹਨਾਂ ਦਾ ਪ੍ਰਤੀਕਾਰ ਕੀਤਾ, ਉਹਨਾਂ ਦੇ ਹੱਸਣ ਦਾ ਅਸ਼ਟਵਕਰ ਨੇ ਕੀ ਉਹਦੇ ਉੱਤੇ ਕੀ ਅਸਰ ਹੋਇਆ? ਅਸ਼ਟਵਕਰਾ ਰਿਐਕਟਡ, ਅਸ਼ਟਵਕਰ ਨੇ ਆਪਣਾ ਗੁੱਸਾ ਇਸ ਤਰ੍ਹਾਂ ਦਿਖਾਇਆ, ਉਹਨੇ ਇਸ ਤਰ੍ਹਾਂ ਰਿਐਕਸ਼ਨ ਦਿੱਤਾ by calling them skinners, ਉਹਨੇ ਉਹਨਾਂ ਨੂੰ
स्किनर क्या जेडे स्किन का काम करते हैं, चमड़े का काम करते हैं, अजिहे लोग उन्होंने कहा। What did Swami Vivekananda say to the lady who laughed at his simple dress? स्वामी विवेकानंदा ने उस औरत ਨੂੰ ਕੀ ਕਿਹਾ ਜਿਹੜੀ ਉਹਨਾਂ ਦੇ ਸਧਾਰਨ ਜਿਹੜੇ ਕੱਪੜੇ ਪਾਏ ਹੋਏ ਸੀ ਉਸ ਤੇ ਹੱਸੀ। Swami Vivekananda said that in her country tailor made man, but in his country character made a real man. Swami Vivekananda ਨੇ ਉਸ ਔਰਤ ਨੂੰ ਕਿਹਾ ਕਿ ਉਹਦੇ ਦੇਸ਼ ਵਿੱਚ ਜਿਹੜਾ ਇੱਕ ਦਰਜੀ ਹੈ ਉਹ ਬੰਦਿਆਂ ਨੂੰ ਬਣਾਉਂਦਾ ਹੈ, ਯਾਨੀ ਜੇ ਚੰਗੇ ਕੱਪੜੇ ਪਾਏ ਹੋਣ ਤਾਂ ਜੈਂਟਲਮੈਨ ਬਣਾਉਂਦਾ ਹੈ, ਪਰ ਉਹਨਾਂ ਦੇ ਦੇਸ਼ ਵਿੱਚ ਯਾਨੀ ਇੰਡੀਆ ਵਿੱਚ ਜਿਹੜਾ ਕੈਰੈਕਟਰ ਹੈ, ਚਰਿੱਤਰ ਹੀ ਇੱਕ ਇਨਸਾਨ ਨੂੰ ਸਹੀ ਇਨਸਾਨ ਬਣਾਉਂਦਾ ਹੈ। What was the state? 10th question is, what was the status of woman in ancient India? ਪ੍ਰਾਚੀਨ ਭਾਰਤ ਵਿੱਚ ਔਰਤ ਦੀ ਨੂੰ ਕਿਹੜਾ ਸਥਾਨ, ਕਿਹੜੀ ਜਗ੍ਹਾ ਹਾਸਿਲ ਸੀ? The status of woman in ancient India was very high and respectful. प्राचीन ਭਾਰਤ ਵਿੱਚ ਔਰਤ ਦਾ ਬਹੁਤ ਉੱਚਾ ਸਥਾਨ ਸੀ ਔਰ ਬਹੁਤ ਹੀ ਜ਼ਿਆਦਾ ਆਦਰਪੂਰਵਕ ਸਥਾਨ ਸੀ। 11th question is, why did Shivaji bow his head before a woman who was brought to him as a gift? शिवाजी ने उस औरत ਦੇ ਸਾਹਮਣੇ ਸਿਰ ਕਿਉਂ ਝੁਕਾਤਾ ਜਿਹੜੀ ਉਹਨਾਂ ਦੇ ਵਾਸਤੇ ਇੱਕ ਤੋਹਫੇ ਦੇ ਰੂਪ ਚ ਲਿਆਈ ਗਈ ਸੀ? Shivaji bowed his head before the woman who was brought to him as a gift because he had deep respect for woman. शिवाजी ने अपना सिर उस औरत ਦੇ ਸਾਹਮਣੇ ਝੁਕਾਤਾ ਜਿਹੜੀ ਉਹਨਾਂ ਦੇ ਲਈ ਤੋਹਫੇ ਲਈ ਲਿਆਈ ਗਈ ਸੀ, ਕਿਉਂਕਿ ਉਹਨਾਂ ਨੂੰ ਉਹਨਾਂ ਦੇ ਮਨ ਚ ਔਰਤ ਦੇ ਵਾਸਤੇ ਬਹੁਤ ਹੀ ਜ਼ਿਆਦਾ ਇੱਜ਼ਤ, ਔਰਤਾਂ ਵਾਸਤੇ ਬਹੁਤ ਹੀ ਜ਼ਿਆਦਾ ਇੱਜ਼ਤ ਸੀ। 12th question is, why according to you were the wars fought in Mahabharata and Ramayana sacred? ਤੁਹਾਡੇ ਅਨੁਸਾਰ ਰਾਮਾਇਣ ਔਰ ਮਹਾਭਾਰਤ ਵਿੱਚ ਲੜੇ ਗਏ ਯੁੱਧ ਪਵਿੱਤਰ ਕਿਉਂ ਸੀ? The wars fought in Mahabharata and Ramayana were sacred because these were fought to save respect of women. ਜਿਹੜੇ ਯੁੱਧ ਮਹਾਭਾਰਤ ਦਾ ਚਾਹੇ ਰਾਮਾਇਣ ਦੀ ਜਿਹੜੀ ਲੜਾਈ ਲੜੀ ਗਈ ਸੀ ਉਹ ਪਵਿੱਤਰ ਇਸ ਲਈ ਸੀ ਕਿਉਂਕਿ ਇਹ ਦੋਨੋਂ ਹੀ ਲੜਾਈਆਂ ਔਰਤ ਦੀ ਇੱਜ਼ਤ ਨੂੰ ਬਚਾਉਣ ਲਈ ਲੜੀਆਂ ਗਈਆਂ ਸੀ। 13th question is, what does Lord Rama's meeting with a Bhil woman and eating the tasty berries show? ਭਗਵਾਨ ਰਾਮ ਦਾ ਇੱਕ ਭੀਲ ਔਰਤ ਨੂੰ ਮਿਲਣਾ ਔਰ ਉਹਦੇ ਦੁਆਰਾ ਜਿਹੜੀ ਝੂਠੀ ਕੀਤੇ ਗਏ ਬੇਰ ਖਾਣਾ ਕਿਸ ਚੀਜ਼ ਨੂੰ ਦਰਸਾਉਂਦਾ ਹੈ? Lord Rama's meeting with the Bhil woman and eating tasty berries shows that there was no caste-based discrimination and all were equal. यानी भगवान राम ਦਾ ਇੱਕ ਭੀਲ ਔਰਤ ਨਾਲ ਮਿਲਣਾ ਔਰ ਉਹਦੇ ਦੁਆਰਾ ਜਿਹੜੀਆਂ ਟੇਸਟ ਕੀਤੀਆਂ ਹੋਈਆਂ ਉਹਦੇ ਦੁਆਰਾ ਚੱਖੀਆਂ ਹੋਈਆਂ ਬੇਰ ਖਾਣਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਪਹਿਲੇ ਸਾਡੇ ਸਮਾਜ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਤੀ ਭੇਦਭਾਵ ਨਹੀਂ ਸੀ ਔਰ ਸਾਰੇ ਬਰਾਬਰ ਸੀ। ਉਸ ਤੋਂ ਬਾਅਦ ਪਾਰਟ ਸੈਕਿੰਡ ਦੇ ਕੁਐਸਚਨ ਆਨਸਰਸ ਹੈ ਬੇਟਾ। why according to others should those people be ashamed of themselves who believe in female feticide? ਜਿਹੜਾ ਲੇਖਕ ਹੈ ਉਹਦੇ ਅਨੁਸਾਰ ਕਿਉਂ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਆਪਣੇ ਆਪ ਤੇ ਜਿਹੜੇ ਕੰਨਿਆ ਭਰੂਣ ਹੱਤਿਆ ਦੇ ਉੱਤੇ ਵਿੱਚ ਵਿਸ਼ਵਾਸ ਰੱਖਦੇ ਹਨ। people should be ashamed of themselves because ਅਜਿਹੇ ਲੋਕਾਂ ਨੂੰ ਆਪਣੇ ਤੇ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ in India women had been given a respectful place. ਭਾਰਤ ਵਿੱਚ ਔਰਤਾਂ ਨੂੰ ਬਹੁਤ ਹੀ ਜ਼ਿਆਦਾ ਸਨਮਾਨ ਦਾ ਸਥਾਨ ਦਿੱਤਾ ਗਿਆ ਸੀ। they were considered ਦੇਵੀ, ਉਹਨਾਂ ਨੂੰ ਦੇਵੀ ਕਿਹਾ ਜਾਂਦਾ ਸੀ and integral part of society, ਔਰ ਉਹਨਾਂ ਨੂੰ ਸਮਾਜ ਦਾ ਅਭਿੰਨ ਅੰਗ ਕਿਹਾ ਜਾਂਦਾ ਸੀ। The great wars of Ramayana and Mahabharata were fought to save the dignity of women. ਰਾਮਾਇਣ ਔਰ ਮਹਾਭਾਰਤ ਦੇ ਜਿਹੜੇ ਯੁੱਧ ਹੋਏ ਹੈ ਉਹ ਔਰਤ ਦੀ ਇੱਜ਼ਤ ਨੂੰ ਕਾਇਮ ਰੱਖਣ ਲਈ ਕੀਤੇ ਗਏ ਹਨ।
ਇੱਜ਼ਤ ਅਤੇ ਸਨਮਾਨ ਨੂੰ ਕਾਇਮ ਕਰਨ ਲਈ ਕੀਤੇ ਗਏ ਹਨ। There is no place for female feticide in our country. ਸਾਡੇ ਦੇਸ਼ ਵਿੱਚ ਕੰਨਿਆ ਭਰੂਣ ਹੱਤਿਆ ਵਾਸਤੇ ਕੋਈ ਜਗ੍ਹਾ ਨਹੀਂ ਹੈ। Second question is, how does the author support the idea of the victory of the good over evil? ਪਰ ਜਿਹੜੇ ਸਾਡੇ ਲੇਖਕ ਨੇ ਉਹ ਅੱਛਾਈ ਤੇ ਬੁਰਾਈ ਦੀ ਜਿੱਤ ਦੇ ਵਿਚਾਰ ਨੂੰ ਕਿਵੇਂ ਸਮਰਥਿਤ ਕਰਦੇ ਹਨ? The author supports the idea, ਜਿਹੜੇ ਸਾਡੇ ਲੇਖਕ ਨੇ ਉਹ ਇਸ ਵਿਚਾਰ ਨੂੰ ਇਸ ਤਰ੍ਹਾਂ ਸਮਰਥਨ ਦਿੰਦੇ ਨੇ, ਕਿਵੇਂ ਉਹਨਾਂ ਨੇ ਐਗਜ਼ਾਮਪਲ ਦਿੱਤੇ ਹਨ, by giving the examples of, ਉਹਨਾਂ ਨੇ ਉਦਾਹਰਨ ਦਿੱਤਾ ਇੱਕ ਤੇ ਦੇਵਤਿਆਂ ਦੀ ਜਿੱਤ ਦਾ, God's win with the sacrifice of Saint Tadichi, ਸੰਤ ਤਦੀਚੀ ਦੇ ਤਿਆਗ ਦੇ ਨਾਲ, ਉਹਨਾਂ ਦੀ ਹੱਡੀਆਂ ਦੇ ਬਣੇ ਹੋਏ ਵੈਪਨ ਦੇ ਨਾਲ ਲੜ ਕੇ ਹੀ ਦੇਵਤਾ ਜਿੱਤੇ ਸੀ। ਇੱਕ ਤਾਂ ਇਹ ਉਦਾਹਰਨ ਦਿੱਤਾ ਉਹਨਾਂ ਨੇ। ਦੂਸਰਾ ਉਹਨਾਂ ਨੇ ਉਦਾਹਰਨ ਦਿੱਤਾ ਹੈ ਸੈਕਰੀਫਾਈਸ ਆਫ ਯੰਗ ਸਨਸ ਆਫ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ ਦੇ ਨੌਜਵਾਨ ਬੱਚਿਆਂ ਦਾ ਉਦਾਹਰਨ ਦਿੱਤਾ ਹੈ ਉਹਨਾਂ ਨੇ। ਟੂ ਸੇਵ ਦਾ ਫੇਥ ਐਂਡ ਜਸਟਿਸ ਆਲਸੋ ਸਪੋਰਟਸ ਦਿਸ ਆਈਡੀਆ। ਉਹਨਾਂ ਨੇ ਉਹਨਾਂ ਦੇ ਇਸ ਵਿਚਾਰ ਨੂੰ, ਰਾਈਟਰ ਦੇ ਇਸ ਵਿਚਾਰ ਨੂੰ, ਆਪਣੇ ਵਿਚਾਰ ਨੂੰ ਉਹਨਾਂ ਨੇ ਇੱਥੋਂ ਵੀ ਸਪੋਰਟ ਦਿੱਤੀ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੇ ਵੀ ਆਪਣੇ, ਉਹਨਾਂ ਦੇ ਨੌਜਵਾਨ ਬੱਚਿਆਂ ਨੇ ਔਰ ਬਿਲਕੁਲ ਛੋਟੇ ਬੱਚਿਆਂ ਨੇ ਵੀ ਆਪਣੀ ਜ਼ਿੰਦਗੀ ਨੂੰ ਜਿਹੜਾ ਹੈ ਉਹ ਤਿਆਗ ਕਰਤਾ ਵਿਸ਼ਵਾਸ ਔਰ ਨਿਆਂ ਦੇ ਵਾਸਤੇ। Third question is, what is the basic difference between the position of woman in ancient society and now? ਪੁਰਾਣੀ ਸਮਾਜ ਵਿੱਚ, ਪ੍ਰਾਚੀਨ ਸਮਾਜ ਵਿੱਚ ਔਰ ਹੁਣ ਦੇ ਸਮਾਜ ਵਿੱਚ ਔਰਤ ਦੀ ਸਥਿਤੀ ਵਿੱਚ ਕੀ ਫਰਕ ਹੈ? ਆਧਾਰਭੂਤ ਕੀ ਫਰਕ ਹੈ? In ancient society, women were considered devi and integral part of society. ਪੁਰਾਣੇ ਸਾਰੇ ਪ੍ਰਾਚੀਨ ਸਮਾਜ, ਸਾਡੇ ਪ੍ਰਾਚੀਨ ਸਮਾਜ ਵਿੱਚ ਔਰਤ ਨੂੰ ਇੱਕ ਦੇਵੀ ਦਾ ਦਰਜਾ ਹਾਸਲ ਸੀ। ਉਹਨੂੰ ਸਮਾਜ ਦਾ ਅਟੁੱਟ ਹਿੱਸਾ, ਅਭਿੰਨ ਹਿੱਸਾ ਮੰਨਿਆ ਜਾਂਦਾ ਸੀ। The great wars of Ramayana and Mahabharata were fought to save the dignity of woman. ਜਿਹੜੀ ਮਹਾਨ ਯੁੱਧ ਹੈ ਸਾਡੇ ਰਾਮਾਇਣ ਔਰ ਮਹਾਭਾਰਤ ਚ ਜਿਹੜੇ ਲੜੇ ਗਏ ਹੈ, ਉਹ ਔਰਤ ਦੇ ਸਨਮਾਨ ਦੀ ਰੱਖਿਆ ਲਈ ਹੀ ਲੜੇ ਗਏ ਹਨ। Female feticide in our country is a matter of shame now. ਅੱਜ ਦੇ ਦਿਨ ਚ ਜਿਹੜੀ ਕੰਨਿਆ ਭਰੂਣ ਹੱਤਿਆ ਹੈ ਉਹ ਸਾਡੇ ਵਾਸਤੇ ਇੱਕ ਸ਼ਰਮ ਦਾ ਕਾਰਨ ਹੈ। Next, fourth question is, what does the practice of langar stand for? ਲੰਗਰ ਤੋਂ ਸਾਡਾ ਕੀ ਭਾਵ ਹੈ? Explain ਕਰੋ। The practice of langar stands for, ਜਿਹੜੇ ਲੰਗਰ ਦਾ ਜਿਹੜਾ ਪ੍ਰਯੋਗ ਹੈ ਸਾਡਾ ਸਮਾਜ ਦਾ, ਉਹ ਕਾਹਦੇ ਵਾਸਤੇ ਹੈ? ਯੂਨੀਵਰਸਲ ਬ੍ਰਦਰਹੁੱਡ, ਯਾਨੀ ਸਰਵ ਭਾਈਚਾਰਾ, ਚੈਰਿਟੀ, ਦਾਨ ਅਤੇ ਵੰਡ ਕੇ ਖਾਣ ਦਾ ਪ੍ਰਯੋਗ ਹੈ। All are same in the eyes of God. ਪਰਮਾਤਮਾ ਦੀ ਨਜ਼ਰਾਂ 'ਚ ਅਸੀਂ ਸਾਰੇ ਬਰਾਬਰ ਹਾਂ। Love and fellow feeling is supreme. ਪ੍ਰੇਮ ਅਤੇ ਸਹਿਚਾਰ ਦੀ ਭਾਵਨਾ ਜਿਹੜੀ ਹੈ ਉਹ ਸਭ ਤੋਂ ਵੱਡੀ ਚੀਜ਼ ਹੈ। Fifth question is, give an example to prove that in ancient India there was no discrimination on the basis of caste. ਇੱਕ ਉਦਾਹਰਨ ਨਾਲ ਇਸ ਗੱਲ ਨੂੰ ਸਾਬਿਤ ਕਰੋ ਕਿ ਪ੍ਰਾਚੀਨ ਭਾਰਤ ਵਿੱਚ ਜਾਤ ਦੇ ਆਧਾਰ ਤੇ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਸੀ। ਉਦਾਹਰਨ ਦਿੱਤਾ ਗਿਆ ਹੈ, Lord Rama ate tasted berries of a bhil woman. ਭਗਵਾਨ ਰਾਮ ਨੇ ਇੱਕ ਭੀਲ ਔਰਤ ਦੀ, ਭੀਲ ਬਹੁਤ ਮਤਲਬ ਜੰਗਲੀ ਨੀਵੀਂ ਜਾਤ ਹੁੰਦੇ ਹੈ, ਤੇ ਉਹਦੀ ਬੇਰੀਜ਼, ਉਹਦੇ ਦਿੱਤੇ ਹੋਏ ਉਹਦੀ ਝੂਠੇ ਬੇਰ ਖਾ ਲਏ ਸੀ। ਇਜ਼ ਅ ਲਿਵਿੰਗ ਐਗਜ਼ਾਮਪਲ, ਇਹ ਇੱਕ ਬਹੁਤ ਹੀ ਉਦਾਹਰਨ ਹੈ ਵਧੀਆ ਟੂ ਪ੍ਰੂਵ, ਇਸ ਗੱਲ ਨੂੰ ਜਿਹੜਾ ਪ੍ਰਮਾਣਿਤ ਕਰਦਾ ਹੈ that there was no discrimination on the basis of caste in ancient India, ਔਰ ਕਿ ਜਾਤ ਪਾਤ ਦੇ ਆਧਾਰ ਦੇ ਉੱਤੇ ਕਿਸੇ ਸਾਡੇ ਪ੍ਰਾਚੀਨ ਭਾਰਤ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਸੀ। ਇਹਦੇ 'ਚ ਬੇਟਾ ਤੁਸੀਂ ਇੱਕ ਐਗਜ਼ਾਮਪਲ ਲੰਗਰ ਦਾ ਵੀ ਦੇ ਸਕਦੇ ਹੋ। You know it very well in langar, while we are taking langar,
we all the people of different religions sit together. ਜਿਹੜੇ ਅਲੱਗ-ਅਲੱਗ ਧਰਮਾਂ ਦੇ ਲੋਕ ਵੀ ਹੁੰਦੇ ਆ ਉਹ ਇਕੱਠੇ ਬੈਠ ਕੇ ਹੀ ਖਾਂਦੇ ਨੇ। ਥੈਂਕ ਯੂ ਸੋ ਮਚ, ਥੈਂਕ ਯੂ।